ਹਰੀ ਭਰੀ ਸੀ ਧਰੇਕ ਤੇਰੇ ਵਿਹੜੇ, ਦੇਖ ਕਿਵੇਂ ਸੁੱਕ ਕੇ ਮਰੁੰਡ ਹੋਈ ਬਾਬਲਾ। ਆਪਣੇ ਪੇਕੇ ਪਿੰਡ ਖੰਡਰ ਹੋਏ ਘਰ ਦੇ ਵਿਹੜੇ 'ਚ ਲੱਗਾ ਹੋਇਆ ਡੇਕ ਦਾ ਸੁੱਕਾ ਦਰਖਤ ਸ਼ਾਇਦ ਡਾਢਾ ਹੀ ਉਦਾਸ ਕਰ ਦਿੰਦਾ ਹੈ ਲਾਡਾਂ ਨਾਲ ਪਿਓ ਵੱਲੋਂ ਪਾਲੀ ਹੋਈ ਧੀ ਨੂੰ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹਦਾ ਹੈ ਇਹ ਘਰ ਤੇ ਕੌਣ ਹੈ ਇੱਥੇ ਆ ਕੇ ਉਦਾਸ ਹੋ ਜਾਣ ਵਾਲੀ ਧੀ ਤੇ ਬਾਲੀ ਹੀ ਪੀੜ ਦੀ ਕੀ ਹੈ ਵਜ੍ਹਾ। मेरा नाम निर्मल कौर कोटला है जी और मैं गवर्नमेंट सीनियर सैकेंडरी स्कूल विखे बतौर SLA की पोस्ट पर काम कर रही हाँ। उस दे नाल मैं ਸਾਹਿਤਕ ਖੇਤਰ ਦੇ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹਾਂ। ਧਿਆਨ ਨਾਲ ਦੇਖੋ ਇਸ ਚਿਹਰੇ ਨੂੰ ਤੇ ਹੁਣ ਜ਼ਰਾ ਇਸ ਤਸਵੀਰ ਵਿੱਚ ਵੀ ਲੱਭਦੇ ਹਾਂ ਇਹੀ ਚਿਹਰਾ। ਜੀ ਹਾਂ, ਇਹ ਸਨ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਪੰਡੋਰੀ ਮਹਿਮਾ ਦੇ ਰਹਿਣ ਵਾਲੇ ਸਰਦਾਰ ਦਲਬੀਰ ਸਿੰਘ ਫੌਜੀ। ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਗਏ ਆਪਣੇ ਹੱਕਾਂ ਦੇ ਸੰਘਰਸ਼ ਦੌਰਾਨ ਜ਼ਾਲਮ ਹਕੂਮਤਾਂ ਦੀ ਬਦੌਲਤ ਅਨੇਕਾਂ ਪਰਿਵਾਰ ਉੱਜੜ ਗਏ, ਇੱਦਾਂ ਹੀ ਖੰਡਰ ਬਣਿਆ ਇਹ ਘਰ ਵੀ ਆਪਣੇ ਆਪ 'ਚ ਇੱਕ ਕਹਾਣੀ ਸਾਂਭੀ ਬੈਠਾ ਹੈ। ਉੱਥੇ ਪਈਆਂ ਹੋਈਆਂ ਪੁਰਾਣੀਆਂ ਚੀਜ਼ਾਂ ਦੇਖ ਕੇ ਮਨ ਬਾਹਲਾ ਹੀ ਭਾਵੁਕ ਜਿਹਾ ਹੁੰਦਾ ਹੈ। ਭੈਣ ਨਿਰਮਲ ਕੌਰ ਦੱਸਦੀ ਹੈ ਕਿ ਹੋਰਨਾਂ ਵਾਂਗ ਜੂਨ 84 ਨੂੰ ਹਿੰਦ ਹਕੂਮਤ ਵੱਲੋਂ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਮੇਰੇ ਪਿਤਾ ਸਰਦਾਰ ਦਲਬੀਰ ਸਿੰਘ ਫੌਜੀ ਵੀ ਨਹੀਂ ਸਨ ਬਰਦਾਸ਼ਤ ਕਰ ਪਾਏ। ਜਦੋਂ ਜੂਨ 84 ਅਟੈਕ ਹੋਇਆ ਆ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਿੱਖ ਧਰਮ ਨੂੰ ਲੈ ਕੇ ਜਾਂ ਜਿੰਨੀਆਂ ਵੀ ਗਤੀਵਿਧੀਆਂ ਸੀ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਔਰ ਉਸ ਸਮੇਂ ਸੰਤ ਭਿੰਡਰਾਂ ਵਾਲਿਆਂ ਦੇ ਉਹ ਸੇਵਕ ਸਨ, ਉਹਨਾਂ ਨੂੰ ਆਪਣਾ ਰੋਲ ਮਾਡਲ ਸਮਝਦੇ ਸੀ, ਉਹਨਾਂ ਦੇ ਨਾਲ ਰਹਿੰਦੇ ਸੀ। ਇਹ ਮੇਰਾ ਪੇਕਾ ਘਰ ਆ ਜਿੱਥੇ ਬਚਪਨ ਦੇ ਵਿੱਚ ਅਸੀਂ ਖੇਡੇ ਪੱਲੇ ਤੇ 4 ਭੈਣ ਭਰਾ ਸੀ। ਅਸੀਂ 4 ਦੇ ਵਿੱਚੋਂ ਮੈਂ ਵੱਡੀ ਸੀ ਔਰ ਬਾਕੀ ਮੇਰੇ 3 ਭੈਣ ਭਰਾ ਛੋਟੇ ਸੀ ਔਰ ਸਾਡਾ ਹੱਸਦਾ ਖੇਡਦਾ ਪਰਿਵਾਰ ਬਹੁਤ ਹੀ ਅਸੀਂ ਮਤਲਬ ਕਿ ਸੁਖੀ ਪਰਿਵਾਰ ਦਾ ਹਿੱਸਾ ਸੀਗੇ ਔਰ ਉਸ ਸਮੇਂ ਸੰਤ ਭਿੰਡਰਾਂ ਵਾਲਿਆਂ ਦੇ ਉਹ ਸੇਵਕ ਸਨ, ਉਹਨਾਂ ਨੂੰ ਆਪਣਾ ਰੋਲ ਮਾਡਲ ਸਮਝਦੇ ਸੀ, ਉਹਨਾਂ ਦੇ ਨਾਲ ਰਹਿੰਦੇ ਸੀ। ਇੱਥੋਂ ਤੱਕ ਯਾਦ ਆ ਕਿ ਜਦੋਂ ਉਹ ਜਾਂਦੇ ਨਹੀਂ ਸੀ, ਕਈ ਵਾਰੀ ਹੁੰਦਾ ਸੀ ਕੋਈ ਘਰੇਲੂ ਕੰਮ ਪੈ ਗਿਆ ਜਾਂ ਕਿਤੇ ਜਾਣਾ ਆਉਣਾ ਪੈ ਗਿਆ ਤਾਂ ਸੰਤ ਜੀ ਆਪਣੇ ਨਾਲਦਿਆਂ ਨੂੰ ਪੁੱਛਦੇ ਹੁੰਦੇ ਸੀ ਕਿ ਅੱਜ ਫੌਜੀ ਸਾਹਿਬ ਕਿਉਂ ਨਹੀਂ ਆਏ। ਇੰਨਾ ਜ਼ਿਆਦਾ ਪਿਆਰ ਸੀ, ਰੂਹ ਤੋਂ ਜੁੜੇ ਸੀ ਉਹਨਾਂ ਦੇ ਨਾਲ। ਔਰ ਉਸ ਟਾਈਮ ਤੇ 1985 ਨੂੰ ਜਦੋਂ ਅਕਾਲੀ ਸਰਕਾਰ ਬਣੀ ਆ ਆਪਣਾ ਅਟੈਕ ਤੋਂ ਬਾਅਦ, ਉਹਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਦੇ PA ਮੇਰੇ ਫਾਦਰ ਸਾਹਿਬ ਰਹਿ ਚੁੱਕੇ ਸੀਗੇ ਔਰ ਉਹਨਾਂ ਦਾ ਇੱਕ ਮਨੋਰਥ ਸੀ ਕਿ ਉਹ ਨਿਰਸਵਾਰਥ ਸੇਵਾ ਕਰਦੇ ਸੀ ਲੋਕਾਂ ਦੀ। ਪਿੰਡ ਦੇ ਜਿਵੇਂ ਕਿ ਪਿੰਡ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਡੇਅਰੀ ਫਾਰਮਿੰਗ ਦਾ ਕੰਮ ਸੀਗਾ, ਨੌਜਵਾਨ ਬੱਚਿਆਂ ਨੂੰ ਡੇਅਰੀ ਫਾਰਮਿੰਗ ਦੇ ਨਾਲ ਜੋੜ ਕੇ ਉਹਨਾਂ ਨੂੰ ਵੱਖ-ਵੱਖ ਜਿਵੇਂ ਉਦੋਂ ਮੱਝਾਂ ਦੀ ਮਿਲਦੀ ਹੁੰਦੀ ਸੀਗੀ ਫੈਸਿਲਿਟੀ, ਮੱਝਾਂ ਲੈ ਕੇ ਦੇਣੀਆਂ ਜਾਂ ਹੋਰ ਵੀ ਜਿਹੜੇ ਕਿੱਤਿਆਂ ਦੇ ਵਿੱਚ, ਕਿਉਂਕਿ ਉਹਨਾਂ ਨੇ PAU ਲੁਧਿਆਣਾ ਤੋਂ ਕੀਤਾ ਹੋਇਆ ਸੀਗਾ, ਡਿਗਰੀ ਕੀਤੀ ਸੀ ਤਾਂ ਉਹਦੇ ਤਹਿਤ ਉਹਨਾਂ ਨੂੰ ਪਤਾ ਸੀ ਕਿ ਕਿਸਾਨਾਂ ਲਈ ਨਵੇਂ ਕੀ ਸਕੀਮਾਂ ਆਉਂਦੀਆਂ ਨੇ ਔਰ ਅੱਗੋਂ ਉਹ ਬੱਚਿਆਂ ਨੂੰ ਵੀ ਦੱਸਦੇ ਸੀ, ਆਉਣ ਵਾਲੇ ਜਿਹੜੇ ਨੌਜਵਾਨ ਪਿੰਡਾਂ ਦੇ ਬੱਚੇ ਸੀ। ਇੱਥੇ ਸਾਡੇ ਨਾਲ ਹੀ ਇੱਕ ਘਰ ਆ, ਉਹਨਾਂ ਦਾ ਮੁੰਡਾ ਸੀ ਕਾਬਲ ਸਿੰਘ, ਉਹ ਕਾਲਜ ਪੜ੍ਹਦਾ ਸੀ ਤੇ ਮੈਨੂੰ ਯਾਦ ਆ ਕਿ ਜਿੰਨੇ ਵੀ ਪਿੰਡ ਦੇ ਮੁੰਡੇ ਪੜ੍ਹਦੇ ਸੀਗੇ ਮੇਰੇ ਪਿਤਾ ਜੀ ਕੋਲੋਂ ਫ੍ਰੀ ਟਿਊਸ਼ਨ, ਕਿਉਂਕਿ ਉਦੋਂ ਟਿਊਸ਼ਨ ਦਾ ਰਿਵਾਜ ਨਹੀਂ ਸੀ ਹੁੰਦਾ ਤੇ ਮੇਰੇ ਪਿਤਾ ਜੀ ਇੱਥੇ ਬੈੱਡ ਡਿੱਠਾ ਹੁੰਦਾ ਸੀ ਇਸ ਕਮਰੇ ਦੇ ਵਿੱਚ ਤੇ 4-5 ਮੁੰਡੇ ਜਵਾਨ ਉਹਨਾਂ ਕੋਲ ਇੰਗਲਿਸ਼ ਦੀ ਕੋਚਿੰਗ ਲੈਣ ਆਉਂਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ। ਜਦੋਂ 1984 ਤੋਂ ਬਾਅਦ ਜਦੋਂ ਸੰਤ ਭਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਆ ਤਾਂ ਉਦੋਂ ਬੜੇ ਚਿਰ ਉਹ ਵਿਰਾਗਮਈ ਰਹੇ ਆ। ਕਾਫੀ ਦਿਨ ਉਹਨਾਂ ਨੇ ਮਤਲਬ ਕਿ ਖਾਣਾ ਨਹੀਂ ਖਾਧਾ, ਬਹੁਤ ਸੈਡ ਮੁਦਰਾ ਦੇ ਵਿੱਚ ਰਹੇ, ਉਦਾਸ ਰਹੇ ਆ ਔਰ ਉਹ ਘੱਲੂਘਾਰਾ ਹੋਣ ਤੋਂ ਬਾਅਦ ਜਦੋਂ ਅਸੀਂ ਦਰਬਾਰ ਸਾਹਿਬ ਖੁੱਲ੍ਹਿਆ ਵਾ ਤਾਂ ਅਸੀਂ ਸਾਰੇ ਪਰਿਵਾਰ ਉੱਥੇ ਗਏ ਆ। ਜਦੋਂ ਅਕਾਲ ਤਖਤ ਸਾਹਿਬ ਦੀ ਜੋ ਦਸ਼ਾ ਉਹਨਾਂ ਨੇ ਵੇਖੀ ਤਾਂ ਬੜੇ ਪਰੇਸ਼ਾਨ ਹੋਏ, ਭੁੱਬੀ ਰੋਣ ਲੱਗ ਗਏ ਕਿ ਸਾਡੇ ਗੁਰੂ ਦਾ ਘਰ ਆ, ਇਹਦਾ ਮਤਲਬ ਕਿ
ਇਹਨਾਂ ਪਾਪੀਆਂ ਨੇ ਕਿੰਨਾ ਵੱਡਾ ਨੁਕਸਾਨ ਕਰ ਦਿੱਤਾ ਵਾ। ਉਦੋਂ ਉਮਰ ਮੇਰੀ 14 ਸਾਲ ਸੀਗੀ। ਮੈਂ ਖੁਦ ਦੇਖਿਆ ਆ ਕਿ ਉੱਥੇ ਮਤਲਬ ਕਿ ਪ੍ਰਕਰਮਾਂ ਦੇ ਵਿੱਚ ਖੂਨ ਦੇ ਦਾਗ ਸੀਗੇ ਜਿਹੜੇ ਕਿ ਲੋਕ ਸਾਫ਼ ਕਰ ਰਹੇ ਸੀਗੇ। ਤੇ ਉਦੋਂ ਬਚਪਨ ਸੀ, ਇੰਨਾ ਸਮਝ ਨਹੀਂ ਸੀ ਇਹਨਾਂ ਚੀਜ਼ਾਂ ਦੀ। ਹੁਣ ਜਦੋਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰੀਦਾ ਤਾਂ ਵਾਕਿਆ ਹੀ ਮਨ ਜਿਹੜਾ ਵਲੂੰਦਰਿਆ ਜਾਂਦਾ ਆ। ਉਸ ਤੋਂ ਬਾਅਦ ਪਿਤਾ ਜੀ ਦਾ ਜਿਹੜਾ ਸੀਗਾ ਕਿ ਗਤੀਵਿਧੀਆਂ ਦੇ ਵਿੱਚ ਰੁਝਾਨ ਹੋਣ ਕਰਕੇ ਪਿੰਡ ਦੇ ਜਿੰਨੇ ਵੀ ਸਰਕਾਰੀ ਕੰਮ ਸੀਗੇ ਲੋਕ ਉਹਨਾਂ ਕੋਲ ਆਉਂਦੇ ਸੀਗੇ ਔਰ ਕਰਵਾਉਂਦੇ ਸੀ। ਪੁਲਿਸ ਤੰਗ ਕਰਦੀ ਹੋਊਗੀ ਉਸ ਤੋਂ ਬਾਅਦ? ਕੋਈ ਨਹੀਂ, ਪੁਲਿਸ ਦੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਮਤਲਬ ਸੰਤਾਂ ਦੇ ਨਾਲ ਸੀਗੇ, ਪਰ ਉਹਨਾਂ ਦੇ ਨਾਲ ਸਰਕਾਰ ਦਾ ਕੋਈ ਨਹੀਂ ਸੀਗਾ। ਨਾ ਸੰਤ ਭਿੰਡਰਾਂ ਵਾਲਿਆਂ ਜਿਹੜੇ ਸਾਡੇ ਖਾੜਕੂ ਲਹਿਰ ਵਾਲੇ ਜਿੰਨੇ ਵੀ ਜੁਝਾਰੂ ਸੀ ਉਹ ਪਿਤਾ ਜੀ ਦੇ ਗੋਡੀ ਹੱਥ ਲਾਉਂਦੇ ਸੀ ਜਦੋਂ ਕਿਤੇ ਮਿਲਦੇ ਸੀਗੇ। ਬੜਾ ਵਧੀਆ ਉਹਨਾਂ ਦਾ ਅਸਰ ਸੂਖ ਸੀ ਸਰਕਾਰ ਨਾਲ ਵੀ ਔਰ ਸੰਤਾਂ ਦੇ ਨਾਲ ਵੀ, ਕਿਉਂਕਿ ਕੋਈ ਇਦਾਂ ਦਾ ਨਹੀਂ ਸੀ ਕਿ ਉਹਨਾਂ ਕੰਮ ਕੀਤਾ ਕਿ ਜਿਹਦੇ ਨਾਲ ਉਹਨਾਂ ਵੱਲ ਕੋਈ ਉਂਗਲ ਉੱਠੇ। ਬਸ ਕਰਕੇ ਉਦੋਂ ਸੀਗਾ ਨਾ ਵੀ ਜਿਹੜੇ ਬੰਦੇ ਇਦਾਂ ਸੰਤਾਂ ਦੇ ਨਾਲ ਰਹੇ ਆ ਤੇ ਜਾਂ ਉਹਨਾਂ ਨੂੰ ਸਿਰ ਪੁਲਿਸ ਤੰਗ ਕਰਦੀ ਸੀ, ਬਹੁਤ ਘਰੀ ਗੇੜੇ ਮਾਰਦੀ ਸੀ ਪੁਲਿਸ, ਬਹੁਤ ਇਦਾਂ ਦਾ ਨਹੀਂ ਸੀ ਜੀ? ਨਹੀਂ, ਇਦਾਂ ਦਾ ਕੁਝ ਨਹੀਂ ਸੀ ਇੱਥੇ। ਸਗੋਂ ਪੜ੍ਹੇ ਲਿਖੇ ਹੋਣ ਕਰਕੇ ਤੇ ਆਰਮੀ ਵਾਲੇ ਵੀ ਸਹਿਯੋਗ ਕਈ ਵਾਰੀ ਮੰਗਦੇ ਸੀਗੇ ਤੇ ਪੁੱਛਦੇ ਹੁੰਦੇ ਸੀਗੇ ਤਾਂ ਉਹ ਸੈਟੀਸਫਾਈਡ ਹੋ ਕੇ ਜਾਂਦੇ ਸੀ। ਸਾਡੇ ਮਤਲਬ ਇੱਥੇ ਪ੍ਰੋਬਲਮ ਇਦਾਂ ਦੀ ਕੋਈ ਨਹੀਂ ਸੀਗੀ ਪਿੰਡ ਦੇ ਵਿੱਚ। ਬਸ ਇੱਕ ਪਿੰਡ ਦੀ ਰਾਜਨੀਤੀ ਤਹਿਤ ਜਿਹੜਾ ਸੀਗਾ ਕਿ ਉਹਨਾਂ ਦਾ ਜਿਹੜਾ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਮੇਰੀ ਉਮਰ ਉਦੋਂ 16 ਸਾਲ ਸੀਗੀ ਔਰ ਮੈਂ ਅਜੇ 10th ਪਾਸ ਕੀਤੀ ਸੀ। ਤਾਂ ਉਸ ਸਮੇਂ ਜੋ ਕਹਿਰ ਹੋਇਆ ਵਾ ਮੈਂ ਦੱਸ ਨਹੀਂ ਸਕਦੀ। ਅਸੀਂ ਸਾਰਾ ਪਰਿਵਾਰ ਬੈਠੇ ਟੀਵੀ ਦੇਖ ਰਿਹਾ ਸੀ, ਇੱਕ ਬੜੀ ਹਾਸੇ ਵਾਲੀ ਕੋਈ ਮੂਵੀ ਆ ਰਹੀ ਸੀ ਔਰ ਸ਼ਾਮ ਦਾ 7:30 ਦਾ ਟਾਈਮ ਸੀ, 2 ਨਵੰਬਰ 1986 ਸ਼ਾਮ ਦਾ ਵੇਲਾ ਸੀ। ਤਾਂ ਬਾਹਰੋਂ ਆਵਾਜ਼ ਪੈਂਦੀ ਆ ਕਿ ਸਰਦਾਰ ਜੀ ਬਾਹਰ ਆਓ। ਔਰ ਸਾਡੇ ਫਾਦਰ ਨੇ ਸਾਨੂੰ, ਪਿਤਾ ਜੀ ਨੇ ਇਦਾਂ ਪਾਲਿਆ ਸੀ ਕਿ ਮੁੰਡਿਆਂ ਨਾਲੋਂ ਵੱਧ ਰੱਖਿਆ ਸੀ ਕਿ ਅਸੀਂ ਜਿੱਥੇ ਵੀ ਉਹ ਬਾਹਰ ਗਏ ਨਾਲ ਹੀ ਜਾਣਾ ਆ। ਮੇਰਾ ਛੋਟਾ ਬ੍ਰਦਰ ਆ, ਉਹਨੇ ਉਂਗਲ ਫੜੀ ਆ ਤੇ ਮੈਂ ਵੀ ਨਾਲ ਹੀ। ਇੱਥੇ ਗੇਟ ਸੀਗਾ ਔਰ ਜਿੱਥੇ ਹੁਣ ਉਹ ਵਾ ਉੱਥੇ ਲੱਕੜ ਦਾ ਗੇਟ ਸੀ ਦਰਵਾਜ਼ੇ ਦੇ। ਉਹ ਜਿਹੜੇ 4 ਜਣੇ ਆਏ ਸੀਗੇ ਉਹ ਬਾਹਰ ਖੜੇ ਸੀਗੇ। ਤਾਂ ਜਦੋਂ ਪਿਤਾ ਜੀ ਨੂੰ ਕਿਹਾ ਕਿ ਸਰਦਾਰ ਜੀ ਬਾਹਰ ਆਓ ਤੇ ਇਹ ਇੱਥੋਂ ਥੋੜੀ ਇੱਕ ਪੈਰ ਬਾਹਰ ਆ ਇੱਕ ਅੰਦਰ ਆ, ਤੇ ਇਹਨਾਂ ਨੇ ਕਿਹਾ ਕਿ ਵੀ ਕੀ ਕੰਮ ਆ। ਉਹ ਇੱਕ ਮੁੰਡਾ ਕਹਿੰਦਾ ਕਿ ਤੁਹਾਨੂੰ ਆ ਸਰਦਾਰ ਜੀ ਬਾਹਰ ਬੁਲਾਉਂਦੇ ਆ। ਉਹ ਪਿਤਾ ਜੀ ਨੇ ਜਦੋਂ ਇੱਕ ਪੈਰ ਅੰਦਰ ਆ ਇੱਕ ਬਾਹਰ ਆ ਤੇ ਜਿਹੜਾ ਇੱਧਰ ਸਾਈਡ ਗਲੀ ਦੇ ਵਿੱਚ ਕੰਧ ਨਾਲ ਖਲੋਤਾ, ਉਹਨੇ AK-47 ਦੇ ਇੱਕਦਮ ਫਾਇਰ ਕਰ ਦਿੱਤੇ ਔਰ ਉਹ ਇੱਕ ਉਹਨਾਂ ਦੇ ਇੱਥੇ ਚੂਲੇ ਦੇ ਵਿੱਚ ਲੱਗਿਆ, ਚੂਲੇ 'ਚ ਹੀ ਲੱਗੇ ਸਾਰੇ। ਉਹ ਡਿੱਗ ਗਏ ਆ। ਡਿੱਗਦਿਆਂ ਫਿਰ ਮੰਮੀ ਨੂੰ, ਮਾਤਾ ਜੀ ਨੂੰ ਪਤਾ ਲੱਗਾ। ਉਹ ਅੰਦਰੋਂ ਦੌੜੇ ਆਏ ਆ ਕਿ ਇਹਨੇ ਤੁਹਾਡਾ ਕੀ ਵਿਗਾੜਿਆ ਪਾਪੀ, ਉਹ ਤਾਂ ਸਾਰਿਆਂ ਦਾ ਭਲਾ ਕਰਦੇ, ਸਾਰਿਆਂ ਦੇ ਕੰਮ ਆਉਂਦੇ ਆ। ਉਹ ਡਿੱਗੇ ਉਹਨਾਂ ਨੂੰ ਇਹ ਕਿ ਮਾਤਾ ਜੀ ਬਿਮਾਰ ਰਹਿੰਦੇ ਸੀ, ਡੈਡੀ ਦੀ ਸਿਹਤ ਬੜੀ ਵਧੀਆ ਸੀ, ਰਿਸ਼ਟ ਪੁਸ਼ਟ, ਮੰਮੀ ਬਿਮਾਰ ਰਹਿੰਦੇ ਸੀ। ਉਹਨਾਂ ਨੂੰ ਇਹ ਕਿ ਇਹਨੂੰ ਕੁਛ ਨਾ ਹੋ ਜੇ ਮੇਰੀ ਮਤਲਬ ਸੁਣ ਕੇ, ਤੇ ਉੱਥੋਂ ਡਿੱਗੇ ਕਹਿੰਦੇ ਨਹੀਂ ਮੈਂ ਠੀਕ ਆ, ਮੈਨੂੰ ਕੁਛ ਨਹੀਂ ਹੋਇਆ। ਉਹ ਫਿਰ ਇੱਕ ਹੋਰ ਸੀ ਜਿਹੜਾ ਬਾਹਰ ਖੜਾ, ਉਹਨੇ ਗਾਲ ਦੇ ਕੇ, ਉਹਦਾ ਨਾਂ ਸੀਗਾ ਜੀਤਾ ਕੰਦੋਵਾਲੀਆ ਸੀ ਮੁੰਡਾ। ਇੱਕ ਪਿੰਡ ਦਾ ਸੱਤਾ ਸਾਂਸੀ ਸੀਗਾ, ਸਾਡੇ ਪਿੰਡ ਦਾ ਹੀ, ਸਾਡੇ ਹੀ ਘਰਾਂ ਤੋਂ ਮਤਲਬ ਉਹ ਖਾਣ ਵਾਲੇ ਲੋਕ ਸਾਡੀ ਜ਼ਮੀਨ ਠੇਕੇ ਤੇ ਵਾਉਂਦੇ ਸੀ। ਇੰਨਾ ਪਿਆਰ ਬਣਿਆ ਕਿ ਸੋਚ ਹੀ ਨਹੀਂ ਸਕਦੇ ਕਿ ਉਹ ਬੰਦਾ ਮਤਲਬ ਕਿ ਸਾਡੇ ਪਿਤਾ ਜੀ ਨੂੰ ਮਾਰ ਸਕਦਾ ਆ। ਔਰ ਉਹ ਜਦੋਂ ਡਿੱਗ ਪਿਆ ਤਾਂ ਫਿਰ ਮੈਂ ਬਾਹਰ ਨਿਕਲ ਗਈ, ਡਰ ਗਈ ਕਿ ਮੈਨੂੰ ਵੀ ਨਾ ਮਾਰ ਦੇਣ। ਮੈਂ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਤੇ ਸੜਕ ਪਾਰ ਕਰਕੇ ਉੱਥੇ ਘਰ ਆ, ਚੌਥਾ ਘਰ ਆ ਫਿਰਨੀ ਤੇ ਮੈਂ ਉਹਨਾਂ ਦੇ ਕੋਲ ਚਲੇ ਜਾਂਦੀ ਆ। ਮੈਂ ਰੋਂਦੇ ਉਹਨਾਂ ਨੂੰ ਕਹਿੰਦੀ ਆ ਕਿ ਮੇਰੇ ਪਿਤਾ ਜੀ ਨੂੰ ਮਾਰ ਦਿੱਤਾ ਆ ਕਿਸੇ ਨੇ, ਤੇ ਤੁਸੀਂ ਆਓ ਮੇਰੇ ਨਾਲ ਆਓ, ਵੇਖੋ। ਘਰ ਦੇ ਕੋਈ ਰਿਸਪੌਂਸ ਨਹੀਂ ਦਿੰਦੇ ਮੈਨੂੰ। ਉੱਥੋਂ ਫਿਰ ਮੈਂ ਰੋਂਦੇ ਵਾਪਸ ਆ ਜਾਂਦੀ ਆ। ਜਦੋਂ ਉਹਨਾਂ ਨੂੰ ਚੁੱਕ ਚੱਕ ਕੇ ਮੇਰੇ ਆਉਂਦਿਆਂ ਨੂੰ ਤੇ ਇੱਥੇ ਇਸ ਕਮਰੇ ਦੇ ਵਿੱਚ ਪਾਇਆ ਹੁੰਦਾ ਮੰਜੀ ਤੇ, ਤਾਂ ਮੈਂ ਲਾਗੇ ਮੰਜੀ ਤੇ ਬੈਠ ਕੇ ਤੇ ਮੈਂ ਕਿਹਾ ਵੀ ਠੀਕ ਨੇ ਸ਼ਾਇਦ ਵੀ ਬਚ ਗਏ ਆ। ਮੈਂ ਉਹਨਾਂ ਦੀ ਇੰਜ ਗੁੱਟ ਫੜਦੀ ਆ ਇੱਥੋਂ ਤੇ ਮੈਂ ਆਪਣੇ ਅੰਦਾਜ਼ੇ ਜੇ ਨਾਲ ਚੈੱਕ ਕਰਦੀ ਕਿ ਨਬਜ਼ ਚੱਲਦੀ ਆ। ਉਹ ਜਦੋਂ ਮੈਂ ਇੱਥੋਂ ਨੱਪਦੀ ਆ ਤਾਂ ਉਹ ਜੀਭ ਕੱਢਦੇ ਮੇਰੇ ਵੱਲ, ਜੀਭ ਕੱਢਦੇ। ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿੱਦਾਂ ਇਹ ਨਾ ਛੋਟੇ ਹੁੰਦੇ ਸਾਨੂੰ ਬੱਚਿਆਂ ਨੂੰ ਵੀ ਜੀਭ ਕੱਢ ਕੇ ਤਾਂ ਚੜਾਉਂਦੇ ਹੁੰਦੇ ਸੀ, ਤੇ ਮੈਂ ਕਿਹਾ ਸ਼ਾਇਦ ਮਜ਼ਾਕ ਕਰਨ ਡਿਆ ਮੈਨੂੰ। ਮੈਂ ਉਵੇਂ ਸੋਚਿਆ, ਪਰ ਮੈਨੂੰ ਲੱਗਦਾ ਆ ਕਿ ਮੇਰੇ ਹੱਥਾਂ ਦੇ ਵਿੱਚ ਜਿਹੜਾ ਉਹਨਾਂ ਦਾ ਆਖਰੀ ਇੱਕ ਸਵਾਸ ਬਚਿਆ ਸੀ ਉਹ ਮੇਰੇ ਹੱਥਾਂ 'ਚ ਹੀ ਨਿਕਲਿਆ। ਸੋ ਬੜਾ ਹੀ ਉਹ ਭਿਆਨਕ ਸਮਾਂ ਸੀਗਾ ਜੋ ਅਸੀਂ ਆਪਣੇ ਪਿੰਡੇ ਤੇ ਹੰਡਾਇਆ। ਬਾਅਦ 'ਚ ਦੇਖੋ
ਵਰਤਾਰੇ ਹੋ ਜਾਂਦੇ। ਉਸ ਤੋਂ ਬਾਅਦ ਗੱਲਾਂ ਨਿਕਲਦੀਆਂ ਨੇ। ਉਹ ਜਿਹੜੇ ਜੀਤਾ ਕੰਦੋਵਾਲੀਆ ਤੁਹਾਨੂੰ ਮੈਂ ਦੱਸ ਰਹੀ ਹਾਂ ਲੜਕਾ, ਬਾਅਦ 'ਚ ਪਤਾ ਲੱਗਿਆ ਕਿ ਉਹ ਸਾਡਾ ਰਿਸ਼ਤੇਦਾਰ ਸੀ। ਮੇਰੇ ਚਾਚਾ ਜੀ ਦੇ ਅੱਗੋਂ ਉਹ ਕੁਝ ਰਿਸ਼ਤੇਦਾਰੀ 'ਚੋਂ ਸਾਲੀ ਦਾ ਬੇਟਾ ਹੀ ਜਾਂ ਕੀ ਸੀ। ਜਦੋਂ ਉਹਨੂੰ ਪਤਾ ਲੱਗਾ ਤੇ ਫਿਰ ਉਹ ਬੜਾ ਪਛਤਾਇਆ ਕਿ ਸਾਡੇ ਕੋਲੋਂ ਗਊ ਹੱਤਿਆ ਹੋ ਗਈ ਹੈ, ਕਿਉਂਕਿ ਉਨੀ ਦਿਨੀ ਬੜਾ ਕੁਝ ਪੈਸੇ ਨਾ ਕਰਵਾਇਆ ਗਿਆ। ਖਾੜਕੂਵਾਦ ਦੀ ਲਹਿਰ ਦੇ ਆੜ ਦੇ ਵਿੱਚ ਲੋਕਾਂ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਬਹੁਤ ਕੱਢੀਆਂ, ਔਰ ਸਾਡੇ ਨਾਲ ਨਿੱਜੀ ਰੰਜਿਸ਼ ਇਹ ਸੀ ਕਿ ਉਹ ਲੋਕਾਂ ਦੇ ਭਲੇ ਦੇ ਕੰਮ ਕਰਦੇ ਸੀ, ਔਰ ਜਿਹੜੀਆਂ ਉਸ ਵਕਤ ਦੀਆਂ ਹਕੂਮਤਾਂ ਸੀ ਜਾਂ ਉਸ ਵਕਤ ਦੇ ਕੀ ਕਹੀਏ ਉਹਨਾਂ ਨੂੰ, ਜਿਵੇਂ ਪਿੰਡ ਦੇ ਹੁੰਦੇ ਨੇ ਮੋਤਬਰ ਲੋਕ ਉਸ ਸਮੇਂ ਦੀ ਸਰਕਾਰ ਦੇ, ਉਹਨਾਂ ਨੂੰ ਇਹ ਚੀਜ਼ ਜਿਹੜੀ ਸੀ ਰਾਸ ਨਹੀਂ ਆਈ। ਤਾਂ ਉਹਨਾਂ ਨੇ ਇੱਕ ਦੇਵਤਾ ਰੂਪ ਇਨਸਾਨ ਦਾ ਜਿਹੜਾ ਵਾ ਉਹ ਇਸ ਘਰ ਦੇ ਵਿੱਚ ਕਤਲ ਕਰਤਾ। ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਅਸੀਂ ਜਾਣਦੇ ਹਾਂ, ਮੇਰਾ ਪਰਿਵਾਰ ਜਾਣਦਾ, ਜਾਂ ਮੇਰੇ ਮਾਤਾ ਜੀ ਜਿਨ੍ਹਾਂ ਨੇ, ਅਸੀਂ ਛੋਟੇ ਸੀ, ਮੈਂ ਵੱਡੀ ਸੀ 16 ਸਾਲ ਦੀ, ਬਾਕੀ ਸਾਰੇ 4 ਭੈਣ ਭਰਾ ਛੋਟੇ ਸੀ। ਉਹ ਛੋਟੀ ਭੈਣ ਦੀ ਮੇਰੇ ਤੋਂ 2 ਸਾਲ ਘੱਟ ਲਾ ਲਓ, ਉਹ 13 ਸਾਲ ਦੀ ਸੀ। ਬ੍ਰਦਰ ਇੱਕ 9 ਸਾਲ ਦਾ ਸੀ। ਸਭ ਤੋਂ ਛੋਟੀ ਭੈਣ ਉਹ 5 ਸਾਲ ਦੀ ਸੀ, ਉਹ ਹੈਂਡੀਕੈਪਡ ਸੀ। ਤਾਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਆ ਉਸ ਦੌਰ ਦੇ ਵਿੱਚ, ਔਰ ਬਹੁਤ ਜ਼ਿਆਦਾ ਜੀ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਆਪਣੇ ਰਿਸ਼ਤੇਦਾਰ ਛੱਡ ਗਏ। ਸਭ ਤੋਂ ਨੇੜੇ ਨਾਨਕਿਆਂ ਦਾ ਰਿਸ਼ਤਾ ਹੁੰਦਾ, ਦਾਦਕਿਆਂ ਦਾ ਹੁੰਦਾ। ਮੇਰੀ ਮਾਂ ਨੇ ਇਕੱਲਿਆਂ ਸਾਨੂੰ ਪਾਲਿਆ, ਸਾਡੇ ਵਿਆਹ ਕੀਤੇ, ਔਰ ਬੜਾ ਔਖਾ ਸੀ ਉਹ ਸਮਾਂ ਜਿਹੜਾ ਸੀਗਾ, ਬਹੁਤ ਹੀ ਔਖਾ ਬਤੀਤ ਕੀਤਾ ਆ। ਉਹ ਬਿਆਨੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂਜੀ, FIR ਹੋਈ ਸੀ, ਉਹ ਫੜੇ ਵੀ ਗਏ, ਉਹ ਲੋਕ ਫੜੇ ਵੀ ਗਏ। ਉਸ ਤੋਂ ਬਾਅਦ ਉਸ ਜਿਸ ਬੰਦੇ ਨੇ ਮੇਰੇ ਪਿਤਾ ਜੀ ਨੂੰ ਮਾਰਿਆ ਸੀਗਾ, ਪਿੰਡ ਦਾ ਤੁਹਾਨੂੰ ਮੈਂ ਦੱਸਦੀ ਹਾਂ ਕਿ ਸੱਤਾ ਸਾਂਸੀ ਹੀ, ਉਹ ਸੱਤੇ ਸਾਂਸੀ ਇੰਨੇ ਸਾਲ ਬਾਅਦ ਜਿਸ ਬੰਦੇ ਨੇ ਮਰਵਾਇਆ ਸੀ ਮੇਰੇ ਪਿਤਾ ਜੀ ਨੂੰ, ਉਸ ਬੰਦੇ ਨੂੰ ਉਹਨੇ ਸਾਲ ਬਾਅਦ ਫਿਰ ਮਾਰ ਦਿੱਤਾ। ਮਤਲਬ ਕਿ ਜੈਸੀ ਕਰਨੀ ਵੈਸੀ ਭਰਨੀ। ਤਾਂ ਉਹਨੂੰ ਵੀ ਉਹਨਾਂ ਨੇ, ਉਸ ਸਰਪੰਚ ਨੂੰ ਵੀ ਸਾਲ ਬਾਅਦ ਉਸ ਬੰਦੇ ਨੇ ਮਾਰਤਾ, ਕਿਉਂਕਿ ਲੁਟੇਰਿਆਂ ਦਾ ਕੋਈ ਧਰਮ ਨਹੀਂ ਹੁੰਦਾ। ਕਿਉਂਕਿ ਉਸ ਸਮੇਂ ਖਾੜਕੂਵਾਦ ਲਹਿਰ ਦੀ ਆੜ ਦੇ ਵਿੱਚ ਬਹੁਤ ਕੁਝ ਨਜਾਇਜ਼ ਵੀ ਹੋਇਆ, ਜਿਵੇਂ ਕਾਲੀਆਂ ਬਿੱਲੀਆਂ ਉਹਦੇ ਵਿੱਚ ਘੁਸ ਗਈਆਂ ਉਸ ਸੰਘਰਸ਼ ਦੇ ਵਿੱਚ। ਅਗਰ ਉਹ ਸੰਘਰਸ਼ ਸਹੀ ਲੀਹਾਂ ਤੇ ਚੱਲਦਾ ਰਹਿੰਦਾ ਤੇ ਹੋ ਸਕਦਾ ਸੀ ਸਾਡੇ ਪੰਜਾਬ ਦਾ ਜੇ ਨਕਸ਼ਾ ਕੋਈ ਹੋਰ ਹੁੰਦਾ। ਉਦੋਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਵੀ ਤਾਰ ਕੀਤਾ ਗਿਆ, ਉਹਦੇ ਵਿੱਚ ਜਿਹੜੇ ਸੀ ਗਲਤ ਲੋਕ ਵਿੱਚ ਵੜ ਗਏ ਸੀ। ਤਾਂ ਜਿਹਦਾ ਕਰਕੇ ਜਿਹੜਾ ਇਸ ਲਹਿਰ ਸੀਗੀ ਇਹਨੂੰ ਖਤਮ ਕੀਤਾ ਗਿਆ ਇੱਕ ਕਿਸਮ ਦਾ, ਉਹਦੇ ਵਿੱਚ ਮਾੜੇ ਬੰਦੇ ਵਾੜ ਕੇ ਤਾਂ ਉਸ ਲਹਿਰ ਨੂੰ ਜਿਹੜਾ ਖਤਮ ਕੀਤਾ ਗਿਆ। ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ, ਜਿੱਦਾਂ ਤੁਸੀਂ ਤਾਂ ਛੋਟੇ ਸੀਗੇ ਹਨਾ, ਜੀ 14 ਸਾਲ ਦੀ ਉਮਰ ਸੀ ਤੁਹਾਡੀ ਜੀ, ਤੇ ਜਿੰਨਾ ਕੁ ਤੁਸੀਂ ਉਦੋਂ ਪਿਤਾ ਜੀ ਦੇ ਕੋਲੋਂ ਸੁਣਿਆ ਹੋਊਗਾ ਕੁਛ ਨਾ ਕੁਛ, ਜਾਂ ਉਸ ਤੋਂ ਬਾਅਦ ਜੋ ਵੀ, ਕਿੱਦਾਂ ਦੀ ਸਮਝਦੇ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ? ਕਿੱਦਾਂ ਦੇਖਦੇ ਉਹਨਾਂ ਦੀ ਸ਼ਖਸੀਅਤ? ਕਿਉਂਕਿ ਉਦੋਂ ਗੱਲਬਾਤ ਪਿਤਾ ਜੀ ਅਸੀਂ ਛੋਟੇ ਸੀ, ਹੋ ਸਕਦਾ ਮਾਤਾ ਜੀ ਨਾਲੋਂ ਗੱਲ ਕਰਦੇ ਹੋਣਗੇ। ਤੇ ਹੁਣ ਜੋ ਮੈਂ ਪੜ੍ਹਿਆ ਵਾ, ਜਿੰਨਾ ਵੀ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਸੰਤਾਂ ਦੇ ਬਾਰੇ, ਜੋ ਮੈਂ ਜਾਣਿਆ ਵਾ, ਉਹ ਇੱਕ ਸੰਤ ਸੀਗੇ, ਸੰਤ ਸਿਪਾਹੀ ਸੀ। ਹੁਣ ਹਿੰਦੂ ਧਰਮ ਦੀ ਉਹਨਾਂ ਨੇ ਸਭ ਤੋਂ ਵੱਧ ਰਖਵਾਲੀ ਕੀਤੀ। ਹਿੰਦੂ ਧਰਮ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਉਹਨਾਂ ਨੇ ਮਤਲਬ ਕਿ ਅੱਗੇ ਆਏ, ਉਹਨਾਂ ਦੇ ਹੱਕਾਂ ਲਈ ਵੀ ਅੱਗੇ ਆਏ ਨੇ। ਬਟ ਉਹਦੇ ਵਿੱਚ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਦੋਂ ਵੀ ਕੋਈ ਚੰਗੇ ਕੰਮ ਲਈ ਕੋਈ ਇਨਸਾਨ ਉੱਠਦਾ ਵਾ, ਉਹਨੂੰ ਦਬਾਉਣ ਲਈ ਬਹੁਤ ਸਾਰੇ ਖੜੇ ਹੁੰਦੇ ਆ। ਤਾਂ ਉਹਨਾਂ ਨੂੰ ਖਤਮ ਕਰਨ ਲਈ ਮੈਂ ਸੋਚਦੀ ਹਾਂ ਕਿ ਸਾਡੇ ਆਪਣੇ ਵੀ ਵਿੱਚੋਂ ਗਦਾਰ ਹੋਏ। ਜੇ ਆਪਣੇ ਗਦਾਰੀ ਉਦੋਂ ਨਾ ਕਰਦੇ, ਹੋ ਸਕਦਾ ਸੀ ਸਾਡੀ ਅੱਜ ਇੱਕ ਹੋਂਦ ਕੁਛ ਹੋਰ ਹੁੰਦੀ। ਹੁਣ ਅਸੀਂ ਇਕੱਲੇ ਮਰ ਰਹੇ ਹਾਂ, ਕਿਉਂਕਿ ਮੇਰੇ ਪਿਤਾ ਜੀ ਦੇ ਜਿਹੜੇ ਉਹ ਰੱਬ ਦੇ ਬਹੁਤ ਨੇੜੇ ਸੀ। ਨਿਤਨੇਮ ਉਹਨਾਂ ਦਾ, ਉਹਨ ਫੌਜ ਦੀ ਉਹਨਾਂ ਨੌਕਰੀ ਕੀਤੀ ਸੀ। ਤਾਂ ਉਹ ਮੈਨੂੰ ਕਈ ਵਾਰ ਅਸੀਂ ਉਹਨਾਂ ਦੀ ਡੈਥ ਤੋਂ ਬਾਅਦ ਮੇਰੀ ਆਦਤ ਸੀ ਕਿ ਮੈਂ ਫਰਾਲੀ ਉਹਨਾਂ ਦੇ ਕਾਗਜ਼ਾਂ ਦੀ ਜਾਂ ਉਹਨਾਂ ਦੇ ਟਰੰਕ, ਤਾਂ ਉਹਦੇ ਵਿੱਚੋਂ ਮੈਨੂੰ ਇੱਕ ਡਾਇਰੀ ਮਿਲੀ ਉਹਨਾਂ ਦੇ ਟਰੰਕ ਦੇ ਵਿੱਚੋਂ, ਜਿਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਰਹੱਸ ਲਿਖੇ ਸੀਗੇ।
ਉਹਦੇ ਵਿੱਚ ਸੀ ਕਹਿੰਦੇ ਕਿ ਮੈਂ ਇੱਕ ਜਗ੍ਹਾ ਤੇ ਜੌਬ ਕਰਦਾ ਸੀ, ਕੋਈ ਪਹਾੜੀ ਏਰੀਆ, ਬਰਫੀਲਾ ਏਰੀਆ ਵਾ, ਤਾਂ ਉੱਥੇ ਨਹਿਰ ਨਿਕਲਦੀ ਆ ਵਿੱਚੋਂ ਦੀ ਇੱਕ, ਉੱਥੇ ਇੱਕ ਬੰਬੀ, ਉੱਥੇ ਇਸ਼ਨਾਨ ਕਰਨ ਜਾਂਦੇ ਸੀ ਮਨੇਰੇ ਉੱਠ ਕੇ, ਤਾਂ ਉੱਥੇ ਇੱਕ ਫੁੱਲ ਦਾ ਕੋਈ ਬੂਟਾ ਸੀਗਾ, ਉਹਨੂੰ ਉਹ ਜਦੋਂ ਨਾ ਆਉਂਦੇ ਜਾਂਦੇ ਉਹਨੂੰ ਪਾਣੀ ਪਾਉਣਾ ਬੂਟੇ ਨੂੰ, ਤਾਂ ਫੁੱਲ ਖਿੜ ਗਿਆ। ਫੁੱਲ ਖਿੜਿਆ ਤੇ ਕਹਿੰਦੇ ਮੈਨੂੰ ਰਾਤ ਨਾ ਸੁੱਤਿਆਂ ਸੁਪਨਾ ਆਇਆ ਕਿ ਉਹ ਨਾ ਫੁੱਲ ਕੋਈ ਤੋੜ ਕੇ ਲੈ ਗਿਆ। ਕਹਿੰਦੇ ਮੈਂ ਅੱਬੜ ਵਾਏ ਹੀ ਉੱਠਿਆ ਵਕਤ, ਉੱਠ ਕੇ ਤੇ ਮੈਂ ਫਟਾਫਟ ਪਹਿਲਾਂ ਉੱਥੇ ਉਸ ਜਗ੍ਹਾ ਤੇ ਪਹੁੰਚਿਆ, ਤਾਂ ਉਹ ਵਾਕਈ ਉਸ ਜਗ੍ਹਾ ਤੋਂ ਫੁੱਲ ਟੁੱਟਾ ਹੋਇਆ ਸੀਗਾ। ਮਤਲਬ ਕਿ ਇੰਨੇ ਜੁੜੇ ਹੋਏ ਇਨਸਾਨ ਸੀਗੇ ਪਰਮਾਤਮਾ ਦੇ, ਇੰਨੇ ਨੇੜੇ ਸੀਗੇ। ਔਰ ਲੋਕ ਉਹਨਾਂ ਦੀ ਡੈਥ ਤੋਂ ਬਾਅਦ, ਕਿਉਂਕਿ ਮੈਂ ਤਾਂ ਛੋਟੀ ਹੀ, ਹੁਣ ਉਸ ਤੋਂ ਬਾਅਦ ਕਾਫੀ ਸਾਲਾਂ ਬਾਅਦ ਸਾਡੇ ਕੋਲ ਤਸਵੀਰਾਂ ਸਾਹਮਣੇ ਆਈਆਂ, ਪੰਜਾਬ ਟੂਡੇ ਮੈਗਜ਼ੀਨ ਦੀਆਂ ਤਸਵੀਰਾਂ ਸਾਡੇ ਸਾਹਮਣੇ ਆਈਆਂ, ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਆਹ ਤਾਂ ਤੁਹਾਡੇ ਡੈਡੀ ਦੀ ਨਾਲ ਫੋਟੋ ਆ। ਤਾਂ ਉਸ ਤੋਂ ਬਾਅਦ ਫਿਰ ਮੇਰੇ ਅੰਦਰ ਇੱਕ ਜਿਵੇਂ ਚਾਨਣਾ ਹੁੰਦਾ, ਇੱਕ ਲੋ ਹੁੰਦੀ, ਕਿਉਂਕਿ ਉਹਨਾਂ ਦੀ ਸ਼ਬਦਾਂ ਨਾਲ ਬੜੀ ਸਾਂਝ ਸੀ। ਸਾਡੇ ਘਰ ਬਹੁਤ ਸਾਰਾ ਲਿਟਰੇਚਰ ਸੀ। ਫਿਰ ਉਸ ਤੋਂ ਬਾਅਦ ਮੈਂ ਲਗਾਤਾਰ ਖੋਜ ਕਰਨੀ ਸ਼ੁਰੂ ਕੀਤੀ ਉਹਨਾਂ 'ਤੇ, ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਤੇ ਹੁਣ ਮਤਲਬ ਕਿ ਕਮੀ ਤਾਂ ਜਿਹੜੀ ਆ ਉਹ ਪੂਰੀ ਨਹੀਂ ਹੋ ਸਕਦੀ, ਪਰ ਫਿਰ ਵੀ ਮੈਂ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਪਿਤਾ ਦੀ ਧੀ ਹਾਂ ਜਿਨ੍ਹਾਂ ਦੀ ਕਿ ਜੋ ਸੰਤਾਂ ਦੀ ਸੰਗਤ ਕਰਦੇ ਰਹੇ ਨੇ, ਔਰ ਚੰਗੇ ਵਿਚਾਰਾਂ ਦੇ ਹੀ ਉਹ ਵਿਚਾਰ ਨੈਚੁਰਲੀ ਆ ਕਿ ਬੱਚਿਆਂ ਦੇ ਵਿੱਚ ਵੀ ਆਉਂਦੇ ਆ, ਜਿਹਦੇ ਵਿੱਚ ਮੇਰੀ ਵੀ ਪ੍ਰਵਿਰਤੀ ਹੁੰਦੀ ਆ ਕਿ ਜਿੰਨੇ ਵੀ ਆਸ-ਪਾਸ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਵੇ। ਤੁਸੀਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਜਾਂ ਸੰਘਰਸ਼ ਦੀ ਯਾਦ ਵਿੱਚ ਕੁਝ ਲਿਖਿਆ ਵੀ ਹੋਇਆ ਇੱਕ ਅੱਧੀ? ਜੀ ਬਿਲਕੁਲ ਲਿਖਿਆ ਵਾ ਮੈਂ। 84 ਤੇ ਕਾਫੀ ਸਾਰੇ ਮੇਰੇ ਲੇਖ ਜਿਹੜੇ ਆ ਪਹਿਰੇਦਾਰ ਦੇ ਵਿੱਚ ਛਪੇ ਨੇ, ਪਹਿਰੇਦਾਰ ਅਖਬਾਰ 'ਚ ਵੀ ਛਪੇ ਨੇ, ਸਪੋਕਸਮੈਨ ਦੇ ਵਿੱਚ ਵੀ ਲੱਗੇ ਨੇ, ਕਵਿਤਾਵਾਂ ਵੀ ਲਿਖੀਆਂ ਨੇ ਮੈਂ ਕਾਫੀ। ਹਾਂਜੀ, ਕਵਿਤਾ ਦੀਆਂ ਦੋ ਚਾਰ ਲਾਈਨਾਂ ਸੁਣਾ ਦਿਓ। ਪਿਤਾ ਜੀ ਲਈ ਲਿਖੀਆਂ ਸੀ ਕਿ ਜਿੱਦਾਂ ਕਿੰਜ ਮਨਾਵਾਂ ਮੈਂ ਦੀਵਾਲੀ ਵਾਲੇ ਦਿਨ ਦੀਵਾ ਗੁੱਲ ਹੋਇਆ ਸੀ, ਕਿਉਂਕਿ ਦੀਵਾਲੀ ਦੀ ਰਾਤ ਹੀ ਮੇਰੇ ਪਿਤਾ ਜੀ ਦਾ ਕਤਲ ਕੀਤਾ ਗਿਆ ਸੀ। ਤਾਂ ਔਰ ਉਹ ਜਦੋਂ ਵੀ ਦੀਵਾਲੀ ਦਾ ਦਿਨ ਆਉਂਦਾ, ਬੇਸ਼ੱਕ ਪੁੱਤਾਂ ਪੋਤਰਿਆਂ ਵਾਲੇ ਹੋ ਗਏ ਆ, ਉਸ ਦਰਾਜ 'ਤੇ ਅਸੀਂ ਵੀ ਪਹੁੰਚ ਰਹੇ ਹਾਂ, ਅਸੀਂ ਅਗਲੇ ਘਰ ਨੂੰ ਜਾਣਾ, ਪਰ ਫਿਰ ਵੀ ਜਿਹੜਾ ਉਹ ਬਚਪਨ ਦੀ ਯਾਦ ਆ ਜਾਂ ਉਹ ਪਿਤਾ ਜੀ ਦਾ ਜਿਹੜਾ ਤਿਉਹਾਰ ਆ, ਤਿਉਹਾਰ ਵਾਲੇ ਦਿਨ ਤਾਂ ਭੁੱਲਦਾ ਹੀ ਨਹੀਂ ਆ, ਉਹ ਹਰ ਤਿਉਹਾਰ 'ਤੇ ਯਾਦ ਆਉਂਦੇ ਹੀ ਆਉਂਦੇ ਆ। ਅੰਦਰ ਇੱਕ ਚੀਜ਼ ਜੀ ਉੱਠਦੀ ਰਹਿੰਦੀ ਆ ਕਿ ਇਸ ਦਿਨ ਅਸੀਂ ਚੰਗੀ ਭਲੀ ਦੀਵਾਲੀ ਮਨਾਈ ਸੀ, ਮੱਸਿਆ ਦਾ ਇਸ਼ਨਾਨ ਕਰਕੇ ਆਏ ਸ਼ਾਮ ਨੂੰ। ਤਾਂ ਔਖਾ ਆ, ਬੜਾ ਔਖਾ ਆ। ਅਗਰ ਅੱਜ ਦੀਆਂ ਮਾਵਾਂ ਜਾਗਰੂਕ ਨਹੀਂ ਹੋਈਆਂ ਤਾਂ ਸਾਡਾ ਜਿਹੜਾ ਸਮਾਜ ਖਾਸ ਕਰ ਮੈਂ ਸਿੱਖੀ ਦੀ ਗੱਲ ਕਰਦੀ ਹਾਂ ਕਿ ਸਿੱਖੀ ਤੋਂ ਬੜੇ ਦੂਰ ਜਾ ਰਹੇ ਆ ਸਾਡੇ ਬੱਚੇ। ਉਹਦੇ ਵਿੱਚ ਕਿਤੇ ਨਾ ਕਿਤੇ ਮਾਵਾਂ ਦਾ ਬਹੁਤ ਵੱਡਾ ਰੋਲ ਆ। ਜਿਹੜੀ ਮਾਂ ਸਵੇਰੇ ਉੱਠ ਕੇ ਮੋਬਾਈਲ 'ਤੇ ਜਾਂ ਹੋਰ ਕਿਤੇ ਗਤੀਵਿਧੀ 'ਚ ਟਾਈਮ ਪਾਸ, ਤਾਂ ਨੈਚੁਰਲੀ ਬੱਚੇ 'ਤੇ ਵੀ ਉਹੀ ਅਸਰ ਆਏਗਾ, ਕਿਉਂਕਿ ਅਸੀਂ ਜੋ ਦੇਖਿਆ, ਸਾਡੀ ਮਾਂ ਸਾਡੇ ਸੁੱਤਿਆਂ ਹੀ ਡੰਗੋਰੀ ਫੜ ਕੇ, ਸੋਟੀ ਫੜ ਕੇ ਤੁਰਿਆ ਵੀ ਨਹੀਂ ਜਾਂਦਾ, ਔਰ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣਾ, ਉੱਥੋਂ ਜਲ ਲੈ ਕੇ, ਤੇ ਸਾਡੇ ਸੁੱਤਿਆਂ ਦੇ ਉਹਨਾਂ ਦੀ ਇੱਕ ਮਨ ਦੀ ਭਾਵਨਾ ਸੀਗੀ ਕਿ ਇਹਦੇ ਨਾਲ ਜਿਹੜੇ ਜੋ ਵੀ ਦੁੱਖ ਆ, ਕਲੇਸ਼ ਆ, ਜਾਂ ਉਹਨਾਂ ਦੇ ਮਨ ਦੀ ਭਾਵਨਾ ਸੀਗੀ, ਉਹਨੂੰ ਅਸੀਂ ਜਿੱਦਾਂ ਮਰਜ਼ੀ ਸਮਝੀਏ, ਕਿਉਂਕਿ ਮਾਵਾਂ ਦਾ ਬੜਾ ਵੱਡਾ ਰੋਲ ਆ। ਅਸੀਂ ਆਪਣੀ ਮਾਂ ਤੋਂ ਸਿੱਖਿਆ ਆ। ਗੁਰਬਾਣੀ ਦੇ ਨਾਲ ਨਾਲ ਸਾਡਾ ਸਮਾਜ ਦੇ ਵਿੱਚ ਵਿਚਰਨਾ, ਅਸੀਂ ਲੋੜਵੰਦ ਦੀ ਮਦਦ ਕਰੀਏ। ਔਰ ਲੜਕੀਆਂ ਨੂੰ ਵੀ ਚਾਹੀਦਾ ਵਾ ਕਿ ਅੱਜ ਕੱਲ੍ਹ ਲੜਕੀ ਲੜਕੇ ਦਾ ਕੋਈ ਫਰਕ ਨਹੀਂ ਆ, ਔਰ ਲੜਕੀਆਂ ਵੀ ਬਹੁਤ ਸਾਰਾ ਮਾਂ ਬਾਪ ਦਾ ਨਾਮ ਜਿਹੜਾ ਰੋਸ਼ਨ ਕਰ ਰਹੀਆਂ ਨੇ ਸਮਾਜ ਦੇ ਵਿੱਚ। ਤਾਂ ਮੇਰੇ ਖਿਆਲ ਨਾਲ ਜਿਹੜਾ ਪਹਿਰਾਵਾ ਵਾ, ਪਹਿਰਾਵੇ ਤੋਂ ਤੁਹਾਡੀ ਸੋਚ ਦਾ ਵੀ ਅੰਦਾਜ਼ਾ ਲੱਗ ਜਾਂਦਾ ਹੈ। ਭਾਵੇਂ ਪੇਕੇ ਘਰ ਆ ਕੇ ਕਾਫੀ ਉਦਾਸ ਤੇ ਭਾਵੁਕ ਹੋ ਜਾਂਦੀ ਹੈ ਭੈਣ ਨਿਰਮਲ ਕੌਰ ਕੋਟਲਾ, ਪਰ ਫਿਰ ਵੀ ਉਹਦਾ ਕਹਿਣਾ ਹੈ ਕਿ ਸੰਸਾਰ ਵਿੱਚ ਆਉਣਾ ਜਾਣਾ ਤਾਂ ਬਣਿਆ ਹੀ ਹੈ, ਦੁੱਖ ਸੁੱਖ ਵੀ ਜ਼ਿੰਦਗੀ ਦਾ ਹਿੱਸਾ ਹੀ ਹੁੰਦੇ ਨੇ, ਪਰ ਫਿਰ ਵੀ ਉਹਨਾਂ ਬਹਾਦਰ ਜਰਨੈਲਾਂ ਵੱਲੋਂ ਜਿਹੜੇ ਮਕਸਦ ਲਈ ਸੰਘਰਸ਼ ਵਿੱਢੇ ਗਏ ਸਨ, ਉਹਨਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਜ਼ਰੂਰ ਰਹਿਣਾ ਚਾਹੀਦਾ ਹੈ। ਇਹਦੇ 'ਚ ਹੀ ਸਾਡੇ ਪੰਜਾਬ ਦਾ ਭਲਾ ਹੈ। ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੋ ਕੁਰਬਾਨੀਆਂ ਸਾਡੇ ਵੱਡੇ ਵਡੇਰੇ ਦੇ ਕੇ ਗਏ ਨੇ, ਸੰਤ ਭਿੰਡਰਾਂਵਾਲੇ, ਔਰ ਸਾਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਸੀਗਾ ਕੌਮ ਦੇ ਉੱਤੋਂ ਵਾਰਿਆ,
ਔਰ ਸਾਡਾ ਅੱਗੋਂ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਦੇ ਜਿਹੜੇ ਪਾਏ ਪੂਰਨੇ ਆ ਉਹਨਾਂ ਤੇ ਚੱਲੀਏ ਔਰ ਵੱਧ ਤੋਂ ਵੱਧ ਜਿਹੜਾ ਹੈਗਾ ਆ ਆਪਣੇ ਸਮਾਜ ਨੂੰ ਗੰਦਲੇ ਹੋਣ ਤੋਂ ਬਚਾਈਏ। ਹਾਂ, ਜੋ ਉਹਨਾਂ ਨੇ ਇੱਕ ਮਕਸਦ ਸੀਗਾ ਸੰਤਾਂ ਦਾ, ਤੇ ਉਹਨੂੰ ਅਸੀਂ ਜਿਹੜਾ ਵਾ ਅੱਗੇ ਲੈ ਕੇ ਜਾਈਏ ਔਰ ਆਪਣੇ ਬੱਚਿਆਂ ਨੂੰ ਉਹਨਾਂ ਪੂਰਨਿਆਂ ਤੇ ਚੱਲਣ ਦੀ ਜਿਹੜੀ ਆ ਉਹ ਤਾਕੀਦ ਕਰੀਏ।